ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਨੂੰ 4 ਦਿਨਾਂ ਦੇ ਵਿੱਚ? ਇਹ ਦੱਸੋ ਦੀ ਇੱਕ ਦਿਹਾੜੀ ਕਿੰਨੀ ਕੁ ਤੁਸੀਂ ਕਮਾ ਲੈਂਦੇ ਹੋ? अस्सलाम वालेकुम दोस्तों, की हाल है? ठीक ठाक दोस्तों। ਸਾਡੇ ਨਾਲ ਡਰਾਈਵਰ ਭਾਈ ਨੇ 20 ਫੁੱਟੀ ਗੱਡੀ ਚਲਾਉਂਦੇ ਨੇ। ਅਕਸਰ ਤੁਸੀਂ ਮੇਰੀ ਵੀਡੀਓ ਦੇ ਵਿੱਚ ਇਹਨਾਂ ਨੂੰ ਦੇਖਿਆ ਹੋਵੇਗਾ, ਇਹਨਾਂ ਨਾਲ ਕਾਫੀ ਇੰਟਰਵਿਊ ਵੀ ਕੀਤੇ ਨੇ। ਇਹ ਦੋਸਤੋ ਅੱਜ 4 ਦਿਨਾਂ ਤੋਂ ਇਹਨਾਂ ਨੂੰ ਮਾਲ ਨਹੀਂ ਮਿਲ ਰਿਹਾ ਲਾਹੌਰ ਦਾ। ਦੇਖਦੇ ਆ ਕੀ ਵਜ੍ਹਾ ਬਣੀ ਹੈ, ਇਹਨਾਂ ਕੋਲ ਪੁੱਛਦੇ ਆ ਕਿ ਇੱਕ ਗੱਡੀ ਜਿਹੜੀ ਸੁਬਾਹ ਆਉਂਦੀ ਸੀ ਸ਼ਾਮੀ ਫੇਰਾ ਲੈ ਕੇ ਵਾਪਸ ਲਾਹੌਰ ਚਲੀ ਜਾਂਦੀ ਸੀ, ਔਰ ਅੱਜ 4 ਦਿਨਾਂ ਤੋਂ ਇਹ ਸਾਡੇ ਅੱਡੇ 'ਤੇ ਬੈਠੇ ਹੋਏ ਨੇ। ਤੇ ਇਹਨਾਂ ਕੋਲ ਪੁੱਛਦੇ ਆ ਕੀ ਵਜ੍ਹਾ, ਇਹਨਾਂ ਨੂੰ ਮਾਲ ਕਿਉਂ ਨਹੀਂ ਮਿਲ ਰਿਹਾ, ਕਿਸ ਤਰ੍ਹਾਂ ਇਹਨਾਂ ਦੀਆਂ ਦਿਹਾੜੀਆਂ ਟੁੱਟ ਰਹੀਆਂ ਨੇ, 3 ਤੋਂ 4 ਦਿਨਾਂ ਦੇ ਵਿੱਚ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਹੋ ਗਿਆ ਵਾ। ਇਹ ਵੀਡੀਓ ਮੇਰੀ ਜ਼ਰੂਰ ਦੇਖਿਓ, ਇਹਦੇ ਵਿੱਚ ਤੁਹਾਨੂੰ ਕਾਫੀ ਮਾਲੂਮਾਤ ਮਿਲੇਗੀ। ਹਾਂਜੀ ਭਾਈਜਾਨ, ਕੀ ਹਾਲ ਹੈ? ਠੀਕ ਹੋ? ਅੱਲਾਹ ਪਾਕ ਦਾ ਸ਼ੁਕਰ ਹੈ। ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਕਿ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਫੈਸਲਾਬਾਦ ਦੇ ਵਿੱਚ? ਸਾਨੂੰ ਅੱਜ ਚੌਥਾ ਦਿਨ ਹੈ। ਤੇ 20 ਫੁੱਟੀ ਗੱਡੀ ਤੁਹਾਡੇ ਕੋਲ ਹੈ। ਅੱਗੇ ਤੇ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਸੁਬਾਹ ਆਉਂਦੇ ਸੀ, ਸ਼ਾਮੀ ਮਾਲ ਲੈ ਕੇ ਚਲੇ ਜਾਂਦੇ ਸੀ ਵਾਪਸ ਲਾਹੌਰ। ਤੇ ਕੀ ਵਜ੍ਹਾ ਬਣੀ 4 ਦਿਨ ਹੋ ਗਏ ਮਾਲ ਕਿਉਂ ਨਹੀਂ ਮਿਲ ਰਿਹਾ? ਮੁੱਲ ਪਿਆ ਬਣ ਰਿਹਾ, ਕੋਈ ਨਹੀਂ ਬਣ ਰਿਹਾ, ਬੈਠੇ ਕੀ ਵਜ੍ਹਾ ਕੀ ਹੈ? ਮਸਲਾ ਮਿਸਾਈਲ ਕੰਮ ਹੀ ਨਹੀਂ ਹੈ। ਅੱਛਾ, ਕੋਈ ਹੋਰ ਕੋਈ ਟਾਇਰਾਂ ਦਾ ਮਸਲਾ ਹੈ ਜਾਂ ਕਿ ਨਹੀਂ ਚੱਲਿਆ ਨਾ। ਟਾਇਰਾਂ ਦਾ ਕੀ ਮਸਲਾ ਵਾ? ਟਾਇਰ ਥੋੜਾ ਮੱਠਾ ਵੇ, ਅੱਛਾ, ਬਾਕੀ ਉਹ ਟਾਇਰ ਬਦਲਾਇਆ ਕਿਉਂ ਨਹੀਂ? ਕੀ ਵਜ੍ਹਾ ਬਣੀ? ਟਾਇਰ ਹੁਣ ਲੋਨ ਜਾਵਾਂਗੇ ਤਾਂ ਦਿੰਦਾ ਅੱਛਾ, ਸਹੀ ਹੋ ਗਿਆ। ਟਾਇਰ ਲੋਨ ਦੇਗਾ, ਨਵੇਂ ਟਾਇਰ ਲੋਨ ਗਏ ਨਹੀਂ, ਪੁਰਾਣੇ ਟਾਇਰ ਖਰਾਬ ਹੋ ਗਏ। ਨਹੀਂ ਤੇ ਹੁਣ ਤੁਸੀਂ ਕੀ ਵਜ਼ਨ ਜ਼ਿਆਦਾ ਤੁਹਾਨੂੰ ਮਿਲ ਰਿਹਾ ਹੈ ਜਾਂ ਕੀ ਮਸਲਾ ਬਣਿਆ? ਜ਼ਿਆਦਾ ਮਿਲੇ, ਕੋਈ ਘੱਟ ਵਜ਼ਨ ਵਾਲਾ ਮਾਲ ਮਿਲੇ ਤਾਂ ਨਿਕਲ ਜੇ। ਅੱਛਾ, ਕਿੰਨਾ ਵਜ਼ਨ ਹੁਣ ਤੁਸੀਂ? 3 ਟਨ ਤੱਕ 4 ਟਨ ਤੱਕ ਮਿਲੇ, 7-8 ਟਨ ਨਹੀਂ ਪਾਏ। 7-8 ਟਨ ਹੀ ਪਾ ਤੇ ਮਾਲ ਜ਼ਿਆਦਾਤਰ 7-8 ਟਨ ਨਾਲ ਬੋਲ ਰਿਹਾ ਹੈ। 7-8 ਤੇ 4 ਦਿਨ ਹੋ ਗਿਆ ਤੁਹਾਨੂੰ। 4 ਦਿਨਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਤੁਹਾਡਾ ਕੀ ਖਰਚਾ ਹੋ ਗਿਆ ਹੈ, ਜਿਹੜਾ ਕਿ ਗੱਡੀ ਦੇ ਉੱਤੇ ਪਵੇਗਾ, ਉਹਦੀ ਬਚਤ ਘੱਟ ਜਾਏਗੀ? ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੀ ਗੱਡੀ ਨੂੰ 4 ਦਿਨਾਂ ਦੇ ਵਿੱਚ? ਇਹ ਦੱਸੋ। ਸਾਰਾ ਕੋਈ ਗੱਡੀ ਦੇ ਪੈਣਾ ਸਰ, ਅੱਛਾ, ਸਾਡਾ ਤਾਂ ਕੁਝ ਵੀ ਨਹੀਂ ਹੈ। ਮਿਸਾਲ ਦੇ ਤੌਰ ਤੇ ਕੀ ਖਰਚਾ ਗੱਡੀ ਤੇ ਪਵੇਗਾ? ਖਾਣਾ ਰੋਟੀ ਖਰਚਾ ਜਿਹੜਾ ਵੀ ਪੈਣਾ ਹੈ, ਸਾਰਾ ਕੋਈ ਪਾਰਕਿੰਗ ਪੈਣੀ ਹੈ, ਦਿਹਾੜੀਆਂ ਟੁੱਟਣੀਆਂ, ਡਰਾਈਵਰ ਦਾ ਖਰਚਾ ਅੱਛਾ, ਸਾਰਾ ਗੱਡੀ ਤੇ ਜਾਂਦਾ। ਬੇਲਫਰਜ਼ ਤੁਹਾਡਾ ਰੋਟੀ ਖਰਚਾ ਕਿੰਨਾ ਵਾ? 1000 ਰੁਪਇਆ ਖਰਚਾ ਦਾ। 4 ਦਿਨਾਂ ਦਾ 4000 ਰੁਪਏ ਸਿੱਧਾ ਸਿੱਧਾ ਇਹ ਹੋ ਗਿਆ। ਤੁਹਾਡੀ ਦਿਹਾੜੀ ਕਿੰਨੀ ਹੈ? ਦਿਹਾੜੀ ਸਾਡੀ ਹੈਗੀ 1500 ਦਾ ਮਹੀਨਾ ਹੈ, ਯਾਨੀ ਕਿ ਕੋਈ 2 ਘਦਾਰੇ ਪਾ ਲਓ, 6000 ਰੁਪਇਆ ਹੋ ਗਿਆ। ਔਰ ਉਸ ਤੋਂ ਬਾਅਦ ਗੱਡੀ ਦੀ ਇੱਕ ਦਿਹਾੜੀ ਕਿੰਨੀ ਕੁ ਤੁਸੀਂ ਕਮਾ ਲੈਂਦੇ ਹੋ? 4000 ਤੋਂ ਬਚਤ ਆਈ ਜੇ 5000 ਤੱਕ ਮੰਨ ਚਲੋ 4000 ਰੁਪਇਆ ਵੀ ਲਾ ਲਓ, ਤੇ 4 ਤੇ 4 8 ਤੇ 16000 ਰੁਪਇਆ ਇਹ ਹੋ ਗਿਆ। 16 ਤੇ 6 ਤਕਰੀਬਨ ਕੋਈ 20-22000 ਰੁਪਇਆ ਨੁਕਸਾਨ ਹੋ ਗਿਆ। ਹੁਣ ਵੀ ਤਕਰੀਬਨ ਸ਼ਾਮ ਦੇ 4 ਵਜੇ ਦਾ ਟਾਈਮ ਤੇ ਹੋ ਹੀ ਗਿਆ, ਅਜੇ ਤੱਕ ਤੁਹਾਨੂੰ ਮਾਲ ਬਿਲਕੁਲ ਨਹੀਂ ਮਿਲਿਆ ਹੈ। ਯਾਨੀ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋ ਕਿ 2-2.5 ਟਨ 3 ਟਨ ਮਾਲ ਮਿਲੇ ਤੇ ਤੁਸੀਂ ਉਹ ਲੈ ਕੇ ਜਾਓ। ਯਾਨੀ ਕਿ ਜ਼ਿਆਦਾ ਵਜ਼ਨ ਵਾਲਾ ਮਾਲ ਨਹੀਂ ਤੁਸੀਂ ਪਾ ਰਹੇ ਕਿ ਰਸਤੇ ਦੇ ਵਿੱਚ ਨੁਕਸਾਨ ਨਾ ਹੋਵੇ। ਆਪ ਤੇ ਖਰਾਬ ਹੋਈ ਮਾਲ ਦੇ ਜ਼ਰੀਏ ਖਾਦਾ। ਅੱਛਾ, ਯਾਨੀ ਕਿ ਤੁਸੀਂ ਸੋਚ ਰਹੇ ਹੋ ਕਿ ਆਪ ਵੀ ਨਾ ਖਰਾਬ ਹੋਈਏ ਤੇ ਮਾਲ ਵੀ ਅਗਲੇ ਦਾ ਘਰ ਸਹੀ ਸਲਾਮਤ ਪਹੁੰਚ ਜਾਵੇ। ਅੱਛਾ, ਜਿਹੜੇ ਬੰਦੇ ਟਰਾਂਸਪੋਰਟ ਦੇ ਵਿੱਚ ਆਉਣਾ ਚਾਹੁੰਦੇ ਆ, ਨਵੇਂ ਬੰਦੇ, ਉਹਨਾਂ ਨੂੰ ਕੀ ਕਹੋਗੇ ਕਿ ਇਸ ਤਰ੍ਹਾਂ ਦੇ ਮਾਮਲਾਤ ਆਉਂਦੇ ਰਹਿੰਦੇ ਆ, ਉਹਨਾਂ ਵਾਸਤੇ ਕੀ ਮਸ਼ਵਰਾ ਵਾ? ਕੰਮ ਤਾਂ ਫਿਰ ਰੋਡ ਦਾ ਕੰਮ ਹੈ, ਫਿਰ ਇਹਦੇ ਕੰਮ ਤਾਂ ਹੁੰਦੇ ਨਹੀਂ। ਅੱਛਾ, ਇਹ ਤੁਹਾਨੂੰ ਪਤਾ ਨਸੀਬ ਦੀ ਕਹਾਣੀ ਹੈ, ਦਿਲ ਕਰੇ ਤਾਂ ਲੱਗ ਜਾਵੇ, ਦਿਲ ਕਰੇ ਨਾ ਲੱਗੇ। ਆਹ ਨਸੀਬ ਦੀ ਕਹਾਣੀ ਹੈ ਬਾਕੀ। ਬਾਜ਼ ਦਫਾ ਕੋਈ ਬੰਦੇ ਐਸੀਆਂ ਗੱਲਾਂ ਕਰਦੇ ਨੇ, ਤੁਸੀਂ ਮਜ਼ਦਾ ਲੈ ਲਓ, ਇੰਨੇ ਲੱਖ ਕਮਾਓਗੇ, ਇੰਝ ਕਰੋਗੇ, ਉਹਨਾਂ ਦੇ ਨਾਲ ਇਹ ਵੀ ਮਸਲੇ ਮਸਾਇਲ ਹੈਗੇ ਨੇ। ਹੈ ਸਾਰਾ ਕੁਝ ਹੈ, ਸਾਰਾ ਕੁਝ ਦਿਲ ਕਰੇ ਤਾਂ 0 ਮੀਟਰ ਤੋਂ ਲੈ ਕੇ ਤੁਹਾਡੇ ਕੋਲ ਫਿਰਾ ਵੀ ਨਾ ਸਹੀ ਕੰਮ ਇੰਝ ਵੀ ਹੋ ਸਕਦਾ। ਨਸੀਬ ਦੀ ਕਹਾਣੀ ਹੈ। ਤੁਹਾਨੂੰ ਕਿੰਨੀ ਦੇਰ ਹੋ ਗਈ ਡਰਾਈਵਰੀ ਲਾਈਨ ਦੇ ਵਿੱਚ? ਕੋਈ ਘੱਟੋ ਘੱਟ 20-25 ਸਾਲ ਤੋਂ ਉੱਤੇ ਹੀ ਹੋ ਡਰਾਈਵਰੀ ਲਾਈਨ ਦੇ ਵਿੱਚ। ਅਸੀਂ ਇਹਨਾਂ ਨਾਲ 40 ਬਣੇ ਬਣਾ ਕੇ ਉਸ ਤੋਂ ਬਾਅਦ ਇਹਨੂੰ ਕੋਈ ਡਰਾਈਵਰੀ ਕੀਤੀ। ਅੱਛਾ, ਇਹਨਾਂ ਦੇ ਕੋਲ ਹੀ 25 ਤੋਂ 30 ਸਾਲ ਹੋ ਗਏ ਤੁਹਾਨੂੰ? ਅੱਛਾ ਜੀ, ਬੜੀ ਗੱਲ ਹੈ। ਗੱਡੀਆਂ ਮਿਲਦੀਆਂ ਨੇ ਲੇਕਿਨ ਮਾਲਕ ਇਹਨਾਂ ਦੇ ਜਿਹੜੇ ਅੱਛਾ, ਮਾਲਕ ਇੱਕ ਦੇ ਕੋਲ ਹੀ ਗੱਡੀ ਚਲਾਈ? ਚਾਚੇ ਕੋਲ ਚਲਾ ਲਈ, ਭਤੀਜੇ ਕੋਲ ਚਲਾ ਲਈ, ਮਾਮੇ ਕੋਲ ਚਲਾ ਲਈ, ਬਸ ਇਹਨਾਂ 40 ਰੁਪਏ ਸਹੀ ਬਾਹਰ ਸਹੀ। ਨਹੀਂ ਚਲਾਈ। ਇਹਨਾਂ ਕੋਲ ਟੋਟਲ ਕਿੰਨੀਆਂ ਗੱਡੀਆਂ ਨੇ? ਇਹਨਾਂ ਕੋਲ ਵਾਹ ਸਹੀ ਹੋ
ਤੇ ਹੁਣ ਯਾਨੀ ਕਿ ਤੁਸੀਂ ਲਾਹੌਰ ਜਾ ਕੇ ਟਾਇਰ ਬਦਲਾਓਗੇ ਤੇ ਤੁਸੀਂ ਉਹ ਉੱਥੇ ਕਾਲ ਕਰਕੇ ਕਿਸੇ ਗੱਡੀ ਦੇ ਹੱਥ ਮੰਗਵਾ ਲਓ ਟਾਇਰ, ਜਿਹੜੀਆਂ ਇੱਥੇ ਦਿਹਾੜੀਆਂ ਟੁੱਟ ਰਹੀਆਂ ਉਹਦੇ ਨਾਲ ਨਾ ਟੁੱਟਣ। ਨਹੀਂ ਉੱਥੋਂ ਗੱਡੀ ਕੋ ਆਪਣੀ ਆ ਨਹੀਂ ਰਹੀ। ਅੱਛਾ ਜੀ, ਯਾਨੀ ਕਿ ਇਸ ਟਾਈਮ ਤੁਸੀਂ ਪਰੇਸ਼ਾਨ ਹੋ ਹੈ। ਨਿਕਲਦਾ ਸਹੀ ਹੋ ਗਿਆ। ਤੇ ਅਮੂਮਨ ਤੁਹਾਡੀ ਕਿੰਨੀ ਕੁ ਤਨਖਾਹ ਬਣ ਜਾਂਦੀ ਹੈ ਮਹੀਨੇ ਦੀ, ਟ੍ਰਿਪ ਸ਼ਰਿਪ ਦੇ ਪੈਸੇ ਪਾ ਕੇ? 50-60 ਸਹੀ ਹੋ ਗਿਆ। 15-16 ਦੇ ਬੰਦੇ ਕੋਈ 5 ਤਰੀਕ ਤੋਂ ਮੰਨ ਜਾਂਦਾ 35 ਸਹੀ ਸਹੀ ਫਿਰ ਪੂਰੇ ਲੱਗ ਜਾਣ ਕੋਈ ਸਰਬੋਦਾ ਫੈਸਲਾ ਬਾਅਦ ਸਹੀ ਸਾਈਵਾਲ ਸਹੀ। ਇੱਧਰ ਹੀ ਜਾਈਦਾ ਪੱਕਾ। ਹੁਣ 4 ਦਿਨਾਂ ਦੇ ਵਿੱਚ ਜ਼ਾਰੀ ਗੱਲ ਆ ਫੇਰੇ ਨਹੀਂ ਲੱਗੇ ਤੇ ਜਿਹੜਾ ਮਾਲਕ ਨੂੰ ਜਾਂ ਗੱਡੀ ਨੂੰ ਨੁਕਸਾਨ ਹੋਇਆ ਨਾਲ ਤੁਹਾਨੂੰ ਵੀ ਤੇ ਹੋਇਆ ਨਾ ਨੁਕਸਾਨ। ਯਾਨੀ ਕਿ ਜੇ ਅਗਰ ਤੁਸੀਂ 50-60 ਹਜ਼ਾਰ ਕਮਾਉਂਦੇ ਹੋ ਵਿੱਚੋਂ 5-6 ਹਜ਼ਾਰ ਰੁਪਏ ਕੱਢਦੇ ਹੋ, ਤੁਹਾਡਾ ਵੀ ਤਾਂ ਨੁਕਸਾਨ ਹੋਇਆ ਹੈ। ਇਹ ਕਿਸ ਤਰ੍ਹਾਂ ਪੂਰਾ ਹੋਇਆ, ਕਿਸ ਤਰ੍ਹਾਂ ਤੁਸੀਂ ਇਹਨੂੰ ਇਹ ਕਿਸ ਤਰ੍ਹਾਂ ਮੈਨੇਜ ਕਰੋਗੇ? नहीं हो सकता है, कोई कहने लगेगा कि किसी को ध्यान लगेगा ਅੱਛਾ, फिर जाके स्वाद ਗੱਡੀ ਦਾ ਇਹ ਨੁਕਸਾਨ ਕਿਸ ਤਰ੍ਹਾਂ ਪੂਰਾ ਹੋਏਗਾ? ਇਸ ਮਹੀਨੇ ਹੋ ਜਾਏਗਾ ਜਾਂ नहीं ਹੋਏਗਾ? गड्डी का भी हो जाएगा, अदा करेगा तो पहले पूरे चलने लगेगा। ਅੱਛਾ ਸਹੀ ਹੋ ਗਿਆ, ਯਾਨੀ ਕਿ ਤੁਸੀਂ ਕੋਸ਼ਿਸ਼ ਕਰੋਗੇ ਜਿਹੜਾ ਨੁਕਸਾਨ ਹੋਇਆ ਪੂਰਾ ਹੋ ਜਾਵੇ। ਹੈ ਸਹੀ ਹੋ ਗਿਆ। ਲੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ ਕਿ ਅਗਰ ਟਰਾਂਸਪੋਰਟ ਦੇ ਕੰਮ ਦੇ ਵਿੱਚ ਫਾਇਦਾ ਹੈ ਤੇ ਨਾਲ ਨਾਲ ਨੁਕਸਾਨ ਵੀ ਹੈ, ਨਾਲ ਨਾਲ ਗੱਡੀ ਦੀਆਂ ਦਿਹਾੜੀਆਂ ਵੀ ਟੁੱਟਦੀਆਂ ਨੇ, ਠੀਕ ਹੈ। ਤੇ ਕਹਿੰਦੇ ਕਿ ਟਰਾਂਸਪੋਰਟ ਦਾ ਕੰਮ ਉਹ ਬੰਦਾ ਕਰ ਸਕਦਾ ਹੈ ਜਿਹਦੇ ਅੰਦਰ ਪਹਾੜ ਜਿੱਡਾ ਜਿਗਰਾ ਹੋਵੇ। ਹੈ ਤੇ ਇਹ ਚੀਜ਼ ਤੁਹਾਨੂੰ ਵੀ ਦੱਸੀ ਹੈ। ਕੈਸੀ ਲੱਗੀ ਵੀਡੀਓ ਅੱਜ ਦੀ ਸਾਡੀ, ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ। ਸਾਨੂੰ ਦਿਓ ਇਜਾਜ਼ਤ। ਅੱਲਾਹ।